Hello students, how are you all? Hope all of you are enjoying your online studies. Today we will discuss question answers of lesson half a rupee worth. So let's start. So your first question is, how did Subia manage to get rice during the drought? Hon students, you must know what is the meaning of how? How मतलब किवें किद्दां. ਹੁਣ ਸੁਬਿਆ ਡਰਾਊਟ ਦੇ ਦੌਰਾਨ ਡਰਾਊਟ ਮਤਲਬ ਜਦੋਂ ਸੁੱਕਾ ਪੈ ਜਾਂਦਾ ਹੈ ਅਕਾਲ ਆ ਜਾਂਦਾ ਹੈ ਡਿਊਰਿੰਗ ਮਤਲਬ ਦੌਰਾਨ ਹੁਣ ਅਕਾਲ ਦੇ ਦੌਰਾਨ ਉਹ ਚਾਵਲ ਕਿੱਦਾਂ ਇਕੱਠੇ ਕਰਨਾ ਮੈਨੇਜ ਕਰਦਾ ਸੀ ਸੋ ਸੁਬਿਆ ਵਾਜ਼ ਅ ਕਲੇਵਰ ਰਾਈਸ ਮਰਚੈਂਟ ਸੁਬਿਆ ਚਾਵਲਾਂ ਦਾ ਇੱਕ ਬਹੁਤ ਹੀ ਚਲਾਕ ਵਪਾਰੀ ਸੀ ਮਰਚੈਂਟ ਮੀਨਸ ਵਪਾਰੀ He knew all about rice and rice business. ਉਸਨੂੰ ਰਾਈਸ ਚਾਵਲ ਅਤੇ ਚਾਵਲਾਂ ਦੇ ਬਿਜ਼ਨਸ ਬਾਰੇ ਸਭ ਕੁਝ ਪਤਾ ਸੀ ਬੇਟਾ ਹੁਣ ਜਿਹੜੀਆਂ ਦੋ ਸਾਡੀਆਂ ਫਸਟ ਲਾਈਨਸ ਹੈ ਇਹ ਆਲਮੋਸਟ ਤੁਹਾਡੇ ਹਰ ਕੁਐਸਚਨ ਇਸ ਲੈਸਨ ਦੇ ਹਰ ਕੁਐਸਚਨ ਦੇ ਆਨਸਰ ਵਿੱਚ ਯੂਜ਼ ਹੋਣਗੀਆਂ ਸੋ ਸਭ ਤੋਂ ਪਹਿਲੇ ਇਹਨਾਂ ਦੋ ਲਾਈਨਸ ਨੂੰ ਅੱਛੀ ਤਰ੍ਹਾਂ ਲਰਨ ਕਰ ਲੈਣਾ ਹੁਣ ਜਿਹੜਾ ਸਾਡਾ ਮੇਨ ਕੁਐਸਚਨ ਸੀ ਕਿ ਜਦੋਂ ਅਕਾਲ ਪੈਂਦਾ ਹੈ ਉਹ ਕਿੱਦਾਂ ਚਾਵਲ ਇਕੱਠੇ ਕਰਦਾ ਹੈ ਉਹਦਾ ਆਨਸਰ ਇੱਥੇ ਹੈ ਡਿਊਰਿੰਗ ਦ ਡਰਾਊਟ ਹੀ ਵੈਂਟ ਟੂ ਦ ਕੰਟਰੀ ਸਾਈਡ ਜਦੋਂ ਅਕਾਲ ਪੈਂਦਾ ਸੀ ਉਹ ਪਿੰਡਾਂ ਵਿੱਚ ਜਾਂਦਾ ਸੀ ਕੰਟਰੀ ਸਾਈਡ ਮਤਲਬ ਪਿੰਡਾਂ ਵਿੱਚ ਐਂਡ ਕਲੈਕਟਡ ਰਾਈਸ ਅਤੇ ਉੱਥੇ ਚਾਵਲ ਇਕੱਠੇ ਕਰਦਾ ਸੀ ਉੱਥੇ ਮਤਲਬ ਪਿੰਡ ਪਿੰਡ ਘੁੰਮ ਕੇ ਉੱਥੇ ਉਹ ਸਸਤੇ ਚਾਵਲ ਖਰੀਦ ਲੈਂਦਾ ਸੀ then he sold at a very high rate ਅਤੇ ਫਿਰ ਉਹ ਬਹੁਤ ਹੀ ਉੱਚੇ ਰੇਟ 'ਤੇ ਉਹਨਾਂ ਨੂੰ ਸੇਲ ਕਰਦਾ ਸੀ ਮਤਲਬ ਮਹਿੰਗੇ ਸੇਲ ਕਰਦਾ ਸੀ and earned a lot of money ਔਰ ਇਸ ਤਰ੍ਹਾਂ earned ਮਤਲਬ ਕਮਾਣਾ ਇਸ ਤਰ੍ਹਾਂ ਉਹ ਬਹੁਤ ਸਾਰਾ ਪੈਸਾ ਕਮਾ ਲੈਂਦਾ ਸੀ ਠੀਕ ਹੈ ਬੇਟਾ now move to the next question There were the days when Subia loathed rice bags. ਉਹ ਦਿਨ ਵੀ ਸੀ ਜਦੋਂ when ਮਤਲਬ ਜਦੋਂ ਸੁਬਿਆ loathed ਮਤਲਬ ਹੇਟ ਕਰਨਾ ਨਫ਼ਰਤ ਕਰਨਾ ਉਹ ਚਾਵਲਾਂ ਦੀ ਬੋਰੀਆਂ ਤੋਂ ਨਫ਼ਰਤ ਕਰਦਾ ਸੀ which were those days ਉਹ ਦਿਨ ਕਿਹੜੇ ਸੀ why did he dislike rice then ਉਦੋਂ ਉਹ ਚਾਵਲ ਕਿਉਂ ਨਹੀਂ ਪਸੰਦ ਕਰਦਾ ਸੀ ਹੁਣ ਬੇਟਾ ਇਹਦੇ ਵਿੱਚ ਸਾਡੇ ਕੋਲ ਦੋ ਕੁਐਸਚਨ ਹੈ ਫਸਟ ਕੁਐਸਚਨ ਇਜ਼ ਵਿਚ ਵਰ ਦੋਜ਼ ਡੇਜ਼ ਉਹ ਦਿਨ ਕਿਹੜੇ ਸੀ ਸਭ ਤੋਂ ਪਹਿਲਾਂ ਅਸੀਂ ਉਸ ਕੁਐਸਚਨ ਦਾ ਹੀ ਆਨਸਰ ਦੇਵਾਂਗੇ ਪਹਿਲਾਂ ਤੇ ਫਸਟ ਟੂ ਲਾਈਨ ਸਾਡੀਆਂ ਸੇਮ ਹੀ ਰਹਿਣਗੀਆਂ ਕਿ ਸੁਬਿਆ ਵਾਜ਼ ਅ ਕਲੇਵਰ ਰਾਈਸ ਮਰਚੈਂਟ ਹੀ ਨਿਊ ਆਲ ਅਬਾਊਟ ਰਾਈਸ ਐਂਡ ਰਾਈਸ ਬਿਜ਼ਨਸ ਹੁਣ ਸਾਡਾ ਫਸਟ ਜਿਹੜਾ ਇਹਦਾ ਪਾਰਟ ਸੀ ਉਹਦਾ ਆਨਸਰ ਹੈ ਬਟ ਇਨ ਹਿਜ਼ ਯੰਗ ਏਜ ਜਦੋਂ ਉਹ ਛੋਟਾ ਸੀ ਹੀ ਲੋਥਡ ਰਾਈਸ ਬੈਗ ਉਹ ਚਾਵਲਾਂ ਦੀ ਬੈਗ ਮਤਲਬ ਇੱਥੇ ਬੋਰੀਆਂ ਚਾਵਲਾਂ ਦੀ ਬੋਰੀਆਂ ਤੋਂ ਨਫ਼ਰਤ ਕਰਦਾ ਸੀ ਲੋਥ ਨਫ਼ਰਤ ਹੁਣ ਇਹ ਪਤਾ ਲੱਗਿਆ ਵਿਚ ਵਰ ਦੋਜ਼ ਡੇ ਜਦੋਂ ਯੰਗ ਸੀ ਛੋਟਾ ਮਤਲਬ ਤੁਹਾਡੀ ਏਜ ਦਾ ਸੀ ਉਦੋਂ ਉਹ ਚਾਵਲਾਂ ਦੀ ਬੋਰੀਆਂ ਤੋਂ ਨਫ਼ਰਤ ਕਰਦਾ ਸੀ ਹੁਣ ਸਾਡਾ ਸੈਕਿੰਡ ਕੁਐਸਚਨ ਹੈ ਇਹਦੇ ਵਿੱਚ ਵਾਈ ਡਿਡ ਹੀ ਡਿਸਲਾਈਕ ਰਾਈਸ ਦੈਨ ਮਤਲਬ ਉਦੋਂ ਉਹ ਚਾਵਲ ਕਿਉਂ ਨਹੀਂ ਪਸੰਦ ਕਰਦਾ ਸੀ ਹੁਣ ਕਿਉਂ ਨਹੀਂ ਪਸੰਦ ਕਰਦਾ ਸੀ ਲਾਈਕ ਅਦਰ ਬॉयਜ਼ ਹੀ ਵਾਂਟਿਡ ਟੂ ਪਲੇ ਹੁਣ ਉਹ ਯੰਗ ਏਜ ਦਾ ਸੀ ਛੋਟੀ ਏਜ ਦਾ ਸੀ ਤੇ ਬਾਕੀ ਲੜਕਿਆਂ ਦੀ ਤਰ੍ਹਾਂ ਉਹ ਵੀ ਖੇਲਣਾ ਚਾਹੁੰਦਾ ਸੀ ਬਟ ਹਿਜ਼ ਫਾਦਰ ਡਿਡ ਨਾਟ ਅਲਾਉ ਹਿਮ ਟੂ ਲੀਵ ਦਾ ਸ਼ੌਪ ਪਰ ਉਸਦੇ ਫਾਦਰ ਉਸਨੂੰ ਅਲਾਉ ਨਹੀਂ ਕਰਦੇ ਸੀ ਕਿ ਉਹ ਸ਼ੌਪ ਛੱਡ ਕੇ ਜਾਏ ਸੋ ਹੀ ਡਿਸਲਾਈਕਡ ਰਾਈਸ ਦੈਨ ਇਸ ਕਰਕੇ ਉਸ ਟਾਈਮ ਉਹਨੂੰ ਚਾਵਲਾਂ ਤੋਂ ਹੀ ਨਫ਼ਰਤ ਸੀ ਨੈਕਸਟ ਕੁਐਸਚਨ ਇਜ਼ what is the meaning of the statement rice was in his blood ਇਸ ਸਟੇਟਮੈਂਟ ਦਾ ਕੀ ਮਤਲਬ ਹੈ ਕਿ ਚਾਵਲ ਉਸਦੇ ਖੂਨ ਵਿੱਚ ਸੀ ਹੁਣ ਇਹਦਾ ਮਤਲਬ ਹੈ ਥੋੜੀ ਕਿ ਉਹਦੇ ਸੱਚੀ ਬਲੱਡ ਵਿੱਚੋਂ ਚਾਵਲ ਨਿਕਲਦੇ ਸੀ ਇਹਦਾ ਮਤਲਬ ਇਨ ਹਿਜ਼ ਬਲੱਡ ਦਾ ਮਤਲਬ ਉਹਨੂੰ ਸਾਰੇ ਇੱਕ
ਚਾਵਲਾਂ ਦੇ ਬਿਜ਼ਨਸ ਬਾਰੇ ਪਤਾ ਸੀ ਕਿ ਜਾਂ ਕੁਆਲਿਟੀਜ਼ ਬਾਰੇ ਪਤਾ ਸੀ ਕਿ ਚਾਵਲ ਕਿਸ ਤਰ੍ਹਾਂ ਦੀ ਕੁਆਲਿਟੀਜ਼ ਦੇ ਹੁੰਦੇ ਆ। ਹੁਣ ਉਹ ਕਿਸ ਤਰ੍ਹਾਂ, ਫਸਟ 2 ਲਾਈਨਸ ਅਸੀਂ ਉਹੀ ਸੇਮ ਆਨਸਰ ਲਿਖਾਂਗੇ, ਠੀਕ ਹੈ। He spent all his life in his rice shop. ਹੁਣ ਉਹਨੇ ਆਪਣੀ ਸਾਰੀ ਜ਼ਿੰਦਗੀ ਸਪੈਂਟ ਮਤਲਬ ਬਿਤਾਣਾ, ਆਪਣੀ ਸਾਰੀ ਜ਼ਿੰਦਗੀ ਰਾਈਸ ਸ਼ੌਪ ਵਿੱਚ ਬਿਤਾਈ ਸੀ। ਸੋ ਇਟ ਕੁਡ ਬੀ ਸੈਡ ਦੈਟ, ਸੋ ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਰਾਈਸ ਵਾਜ਼ ਇਨ ਹਿਜ਼ ਬਲੱਡ, ਕਿ ਰਾਈਸ ਉਹਦੇ ਖੂਨ ਵਿੱਚ ਸੀ। ਜਿਵੇਂ ਕਿ ਬੇਟਾ ਹੁਣ ਤੁਹਾਡੇ ਮਦਰ ਹੈ, ਠੀਕ ਹੈ, ਉਹ ਜ਼ਿਆਦਾਤਰ ਕੁਕਿੰਗ ਵਗੈਰਾ ਕਿਚਨ ਦਾ ਕੰਮ ਕਰਦੇ ਹੈ ਅਤੇ ਉਹਨਾਂ ਨੂੰ ਸਾਰਾ ਕੁਛ ਕਿਚਨ ਦੀ ਹਰ ਇੱਕ ਚੀਜ਼ ਦੀ ਨੌਲੇਜ ਹੁੰਦੀ ਹੈ। ਤਾਂ ਵੀ ਕੈਨ ਸੇ ਦੈਟ ਕਿ ਕੁਕਿੰਗ ਇਜ਼ ਇਨ ਹਰ ਬਲੱਡ, ਰਾਈਟ। ਸਮਝ ਕੇ ਹੁਣ ਇਸ ਸਟੇਟਮੈਂਟ ਦਾ ਕੀ ਮਤਲਬ ਹੈ। ਹੁਣ ਨੈਕਸਟ ਸਾਡਾ ਕੁਐਸਚਨ ਹੈ 4th, ਹਾਊ ਡਿਡ ਸੁਬਿਆਸ ਪ੍ਰੋਫਿਟ ਇਨਕਰੀਜ਼ਿਸ ਡਿਊਰਿੰਗ ਦਾ ਵਾਰ। ਹੁਣ 3 ਇਹਦੇ 'ਚ ਸਾਡੇ ਕੋਲ ਕੁਐਸਚਨ ਪੁੱਛੇ, ਦੇਖੋ 3 ਵਾਰੀ ਸਾਡੇ ਕੋਲ ਕੁਐਸਚਨ ਮਾਰਕ ਹੈ, ਠੀਕ ਹੈ। ਅਸੀਂ 1 ਬਾਏ 1 ਆਨਸਰ ਦੇਵਾਂਗੇ। ਫਸਟ ਸਾਡੇ ਕੋਲ ਕੁਐਸਚਨ ਹੈ ਹਾਊ, ਮਤਲਬ ਕਿਵੇਂ ਸੁਬਿਆ ਦਾ ਪ੍ਰੋਫਿਟ, ਸੁਬਿਆ ਐਜ਼ ਅਪੋਸਟ੍ਰੋਫੀ ਐਸ ਹੈ, ਇਟ ਮੀਨਸ ਸੁਬਿਆ ਦਾ ਪ੍ਰੋਫਿਟ ਜਿਹੜਾ ਹੈ ਉਹ ਇਨਕਰੀਜ਼ ਹੁੰਦਾ ਸੀ ਡਿਊਰਿੰਗ ਦਾ ਵਾਰ, ਯੁੱਧ ਦੇ ਦੌਰਾਨ। ਹੁਣ ਪਹਿਲੇ ਇਹਦਾ ਆਨਸਰ ਇਕੱਲਾ ਦੇਖਦੇ ਹਾਂ। ਡਿਊਰਿੰਗ ਦਾ ਵਾਰ, ਯੁੱਧ ਦੇ ਦੌਰਾਨ ਸੁਬਿਆ ਸੋਲਡ ਰਾਈਸ ਐਟ ਅ ਵੈਰੀ ਹਾਈ ਰੇਟ। ਹੁਣ ਜਦੋਂ ਯੁੱਧ ਹੁੰਦਾ ਸੀ ਸੁਬਿਆ ਚਾਵਲ ਬਹੁਤ ਮਹਿੰਗੇ ਵੇਚਦਾ ਸੀ ਐਂਡ ਅਰਨਡ ਅ ਲੋਟ ਆਫ ਮਨੀ, ਅਤੇ ਇਸ ਤਰ੍ਹਾਂ ਉਹ ਬਹੁਤ ਦੌਲਤ ਜਾਂ ਪੈਸੇ ਕਮਾ ਲੈਂਦਾ ਸੀ, ਠੀਕ ਹੈ। ਫਸਟ ਹੁਣ ਪਤਾ ਲੱਗ ਗਿਆ। ਸੈਕਿੰਡ ਕੁਐਸਚਨ ਪੜ੍ਹਦੇ ਹਾਂ। ਡਿਡ ਹੀ ਫੋਲੋ ਦ ਰੂਲਸ ਲੇਡ ਡਾਊਨ ਬਾਏ ਦ ਗਵਰਨਮੈਂਟ। ਹੁਣ ਗਵਰਨਮੈਂਟ ਨੇ ਜਿਹੜੇ ਵੀ ਰੂਲਸ ਉਸ ਟਾਈਮ ਚਾਵਲ ਵੇਚਣ ਦੇ ਜਿੰਨਾ ਰੇਟ ਰੱਖਿਆ ਸੀ ਕੀ ਉਹਨੂੰ ਫੋਲੋ ਕਰਦਾ ਸੀ। ਹੀ ਫੋਲੋਡ ਦ ਰੂਲਸ ਓਨਲੀ ਔਨ ਪੇਪਰਸ, ਸਿਰਫ ਉਹ ਕਾਗਜ਼ਾਂ ਵਿੱਚ ਹੀ ਉਹਨਾਂ ਨੂੰ ਨੋਟ ਕਰਦਾ ਸੀ, ਮਤਲਬ ਉਹ ਰੂਲ ਕੋਈ ਫੋਲੋ ਨਹੀਂ ਕਰਦਾ ਸੀ ਪਰ ਆਪਣਾ ਪੇਪਰ ਵਰਕ ਵਿੱਚ ਉਹ ਬਿਲਕੁਲ ਸਹੀ ਲਿਖਦਾ ਸੀ। ਅਗਲਾ ਕੁਐਸਚਨ, ਹਾਊ ਡਿਡ ਹੀ ਟੈਕਲ ਦਾ ਆਫਿਸਰਸ, ਔਰ ਉਸਨੇ ਉਹ ਆਫਿਸਰਸ ਨੂੰ ਕਿੱਦਾਂ ਟੈਕਲ ਕਰਦਾ ਸੀ, ਜਿਹੜੇ ਆਫਿਸਰਸ ਉਹਦਾ ਡਿਪੋ ਚੈੱਕ ਕਰਨ ਆਉਂਦੇ ਸੀ ਉਹਨਾਂ ਨੂੰ ਕਿੱਦਾਂ ਹੈਂਡਲ ਕਰਦਾ ਸੀ। ਹੁਣ ਬੇਟਾ ਇੱਥੇ ਐਚ ਮੇਰੇ ਕੋਲ ਸਮੋਲ ਪੈ ਗਿਆ, ਤੁਸੀਂ ਇੱਥੇ ਐਚ ਕੈਪੀਟਲ ਪਾਣਾ। ਹੀ ਟੈਕਲ ਦਾ ਆਫਿਸਰਸ ਬਾਏ ਗਿਵਿੰਗ ਦੈਮ ਬ੍ਰਾਈਬ, ਉਹ ਉਹਨਾਂ ਨੂੰ ਬ੍ਰਾਈਬ ਮਤਲਬ ਰਿਸ਼ਵਤ ਦੇ ਕੇ ਉਹਨਾਂ ਨੂੰ ਟੈਕਲ ਕਰ ਲੈਂਦਾ ਸੀ, ਹੈਂਡਲ ਕਰ ਲੈਂਦਾ ਸੀ। ਨੈਕਸਟ ਹੈ, ਬਿਸਾਈਡ ਸੈਲਿੰਗ ਰਾਈਸ ਵਟ ਐਲਸ ਸੁਬਿਆ ਡੂ ਟੂ ਅਰਨ ਮੋਰ। ਚਾਵਲ ਵੇਚਣ ਤੋਂ ਇਲਾਵਾ ਸੁਬਿਆ ਵਟ ਐਲਸ ਹੋਰ ਕੀ ਕਰਦਾ ਸੀ ਜ਼ਿਆਦਾ ਕਮਾਉਣ ਲਈ। ਅਰਨ ਮਤਲਬ ਕਮਾਣਾ। ਫਸਟ 2 ਲਾਈਨ ਸਾਡੀਆਂ ਉਹੀ ਵਾਲੀਆਂ ਸੇਮ ਹੋ ਗਈਆਂ। ਆਪਾਂ 3rd ਲਾਈਨ ਤੋਂ ਸਟਾਰਟ ਕਰਦੇ ਹਾਂ। ਬਿਸਾਈਡ ਸੈਲਿੰਗ ਰਾਈਸ, ਚਾਵਲ ਵੇਚਣ ਤੋਂ ਇਲਾਵਾ he lent money at a very high rate of interest. he lent money ਮਤਲਬ ਪੈਸੇ ਉਧਾਰ ਦਿੰਦਾ ਸੀ। at a very high rate of interest, ਬਹੁਤ ਜ਼ਿਆਦਾ ਵਿਆਜ 'ਤੇ। if people fail to pay back the money, ਔਰ ਅਗਰ ਲੋਕੀ ਉਹ ਪੈਸੇ ਦੇਣ ਲਈ ਤੋਂ ਫੇਲ ਹੋ ਜਾਂਦੇ ਸੀ, ਮਤਲਬ ਉਹ ਪੈਸੇ ਨਹੀਂ ਦੇ ਪਾਉਂਦੇ ਸੀ, he would acquire their houses, ਉਹਨਾਂ ਦੇ ਘਰ ਉਹ ਜ਼ਬਤ ਕਰ ਲੈਂਦਾ ਸੀ। ਜਿਹੜੇ ਬੱਚੇ ਇੰਨਾ ਵੱਡਾ ਕੁਐਸਚਨ ਨਹੀਂ ਲਰਨ ਕਰ ਸਕਦੇ ਉਹ ਇੱਥੋਂ ਤੱਕ ਵੀ ਇਹਨੂੰ ਰੱਖ ਸਕਦੇ ਆ। ਬਿਸਾਈਡ ਸੈਲਿੰਗ ਰਾਈਸ ਹੀ ਲੈਂਟ ਮਨੀ ਐਟ ਅ ਵੈਰੀ ਹਾਈ ਰੇਟ ਆਫ ਇੰਟਰਸਟ, ਠੀਕ ਹੈ। ਪਰ ਜਿਹੜੇ ਬੱਚਿਆਂ ਨੇ ਬਹੁਤ ਅੱਛੇ ਮਾਰਕਸ ਸਕੋਰ ਕਰਨੇ ਆ ਉਹ ਇਹ ਪੂਰਾ ਦਾ ਪੂਰਾ ਹੀ ਲਿਖਣਗੇ, ਠੀਕ ਹੈ। ਨਾਓ ਲੈਟਸ ਮੂਵ ਟੂ ਦ ਨੈਕਸਟ। ਨਾਓ ਕੁਐਸਚਨ ਨੰਬਰ 6 ਇਜ਼ who came to buy rice one evening when Subia was about to go home. ਜਦੋਂ ਇੱਕ ਦਿਨ ਇੱਕ ਸ਼ਾਮ ਸੁਬਿਆ ਘਰ ਜਾਣ ਲੱਗਿਆ ਸੀ। about to go ਮਤਲਬ ਜਾਣ ਹੀ ਲੱਗਿਆ ਸੀ। who came to buy rice, ਚਾਵਲ ਕੌਣ ਖਰੀਦਣ ਆ ਗਿਆ। ਹੁਣ ਇਹ ਸਾਡਾ ਦੇਖੋ ਤੇ ਕੁਐਸਚਨ ਮਾਰਕ ਹੈ, ਮਤਲਬ ਸਾਡਾ ਇੱਕ ਕੁਐਸਚਨ ਖਤਮ ਹੋ ਗਿਆ। ਅਸੀਂ ਪਹਿਲਾਂ ਇਹੀ ਵਾਲਾ ਕਰਾਂਗੇ। ਫਸਟ 2 ਲਾਈਨਸ ਓਨਲੀ ਫਸਟ ਲਾਈਨ ਇਜ਼ ਸੇਮ। ਸੈਕਿੰਡ ਦੇਖੋ, one evening ਕੁਐਸਚਨ 'ਚੋਂ ਹੈ
when Subia was about to go home। ठीक है, ਹੁਣ ਅਸੀਂ ਲਿਖਣਾ who came to buy rice। who ਦੀ ਜਗ੍ਹਾ ਅਸੀਂ ਲਿਖਤਾ an old man came to buy rice। ਇੱਕ ਬੁੱਢਾ ਆਦਮੀ ਚਾਵਲ ਖਰੀਦਣ ਆਇਆ। ਠੀਕ ਹੈ, ਸਾਰਾ ਸਾਡਾ ਜਿਹੜਾ ਆਨਸਰ ਹੈ ਕੁਐਸਚਨ 'ਚ ਹੀ ਹੈ। one evening when Subia was about to go home, who ਦੀ ਜਗ੍ਹਾ ਅਸੀਂ ਲਿਖਤਾ an old man came to buy rice। did he give rice to him? ਹੁਣ ਸੈਕਿੰਡ ਕੁਐਸਚਨ ਕੀ ਹੈ ਕਿ ਉਹਨੇ ਉਹਨਾਂ ਨੂੰ ਰਾਈਸ ਦਿੱਤੇ। ਅਸੀਂ ਇੱਥੇ ਪਹਿਲਾਂ ਲਿਖਾਂਗੇ no। ठीक है, डिड विच क्वेश्चन है। ठीक है, ਅਸੀਂ ਲਿਖਾਂਗੇ no, फिर कोमा पा के फिर अगों स्टार्ट करांगे। सुबिया रिफ्यूज टू गिव हिम राइस। सुबिया ने उसनों चावल देन तो इनकार करता। रिफ्यूज मतलब ना कर देनी। हुण अगे आ गया वट डिड ही से। उन्हें फिर की किया, मतलब उन्हें इस तो बाद की किया। ही सैड ही हैड सम अदर वर्क। ही सैड दैट उन्हें की किया कि उसनों एक होर काम है। बट पर then he agreed to give him half a sea rice for half a rupee। फिर ਉਹ ਉਸਨੂੰ ਅੱਧਾ ਸੇਰ ਰਾਈਸ ਅੱਧੇ ਰੁਪਏ मतलब 50 ਪੈਸੇ ਵਿੱਚ ਦੇਣ ਲਈ ਮੰਨ ਗਿਆ। ठीक है, ਹੁਣ देखो बेटा क्वेश्चन नंबर 7। हाउ मच राइस डिड सुबिया अग्री टू सेल द मैन एंड फॉर हाउ मच। हाउ मच मतलब किन्ने, किन्ने राइस सुबिया उस आदमी ਨੂੰ ਦੇਣ ਲਈ ਤਿਆਰ ਹੋ ਗਿਆ, ਵੇਚਣ ਲਈ। एंड फॉर हाउ मच ਅਤੇ ਕਿੰਨੇ ਦੇ। ਹੁਣ ਇਹ ਦੇਖੋ ਅਸੀਂ ਇਹੀ ਵਾਲਾ ਸਾਰਾ ਆਨਸਰ ਲਿਖ ਦੇਣਾ। ਸੇਮ ਆਨਸਰ ਹੈ ਕਿਉਂਕਿ ਇਹਦੇ ਵਿੱਚ ਮੈਂ ਲਾਸਟ ਲਾਈਨ ਐਡ ਕਰ ਲਈ ਸੀ। ਉਹਦੇ ਨਾਲ ਇਹ ਵਾਲਾ ਵੀ ਤੁਹਾਡਾ ਕੁਐਸਚਨ ਕਵਰ ਹੋ ਗਿਆ ਔਰ ਇਹ ਵਾਲਾ ਕੁਐਸਚਨ ਵੀ ਕਵਰ ਹੋ ਗਿਆ। ਠੀਕ ਹੈ, ਦੁਬਾਰਾ ਮੈਨੂੰ ਸਮਝਾਉਣ ਦੀ ਲੋੜ ਨਹੀਂ, ਸੇਮ ਸਾਡਾ ਆਨਸਰ ਆਏਗਾ। ਓਕੇ, ਨਾਓ ਮੂਵ ਟੂ ਦ ਨੈਕਸਟ ਕੁਐਸਚਨ। क्वेश्चन नंबर 8। वाई डिड सुबिया आस्क द मैन टू वेट। सुबिया ने उस आदमी ਨੂੰ ਕਿਉਂ ਕਿਹਾ ਕਿ ਮੇਰੀ ਵੇਟ ਕਰੀ। what reason did he give ਅਤੇ ਉਸਨੂੰ ਕੀ ਰੀਜ਼ਨ ਦਿੱਤਾ। ਅਗੇਨ ਸਾਡੇ ਕੋਲ ਦੋ ਕੁਐਸਚਨ ਹੈ, ਅਸੀਂ one by one ਆਨਸਰ ਕਰਾਂਗੇ। सुबिया was a clever rice merchant। ठीक है, सेम वही लाइन साडी आ गई। he went to his godown। ਉਹ ਆਪਣੇ ਗਡਾਊਨ ਵਿੱਚ ਗਿਆ to get the rice। ਉੱਥੋਂ ਚਾਵਲ ਕੱਢਣ ਲਈ। ਠੀਕ ਹੈ ਨਾ, ਹੁਣ ਇਹਦਾ ਕੁਐਸਚਨ ਸੀ ਵਾਈ ਡਿਡ ਸੁਬੀਆ ਆਸਕ ਦ ਮੈਨ ਟੂ ਵੇਟ। ਇੱਥੇ ਤੁਸੀਂ ਇੱਦਾਂ ਵੀ ਲਿਖ ਸਕਦੇ ਸੀ ਸੁਬੀਆ ਆਸਕਡ ਦ ਮੈਨ ਟੂ ਵੇਟ ਬਿਕੋਜ਼ ਹੀ ਵੈਂਟ ਟੂ ਹਿਜ਼ ਗਡਾਊਨ ਟੂ ਗੈਟ ਦ ਰਾਈਸ। he did not want anyone to know about his secret godown। he did not want ਉਹ ਨਹੀਂ ਚਾਹੁੰਦਾ ਸੀ ਕਿ ਕਿਸੇ ਨੂੰ ਵੀ ਉਸਦਾ ਸੀਕ੍ਰੇਟ ਗਡਾਊਨ ਪਤਾ ਲੱਗੇ। so he asked the man to wait। what ਹੁਣ ਅਗਲਾ ਕੁਐਸਚਨ ਆ ਗਿਆ what reason did he give। he said that he would have to bring rice from another man। ਔਰ ਉਹਨੇ ਬਹਾਨਾ ਕੀ ਲਗਾਇਆ, ਮੈਂ ਤੇ ਕਿਸੇ ਹੋਰ ਆਦਮੀ ਕੋਲੋਂ ਚਾਵਲ ਲਿਆ ਕੇ ਤੈਨੂੰ ਦੇਣਾ ਹਾਂ। ਉਹਨੂੰ ਦੱਸਿਆ ਨਹੀਂ ਕਿ ਮੈਂ ਸੀਕ੍ਰੇਟ ਗਡਾਊਨ 'ਚ ਜਾਣਾ ਆਪਣੇ। ਹੁਣ ਅਗਲਾ ਕੁਐਸਚਨ ਆ ਗਿਆ ਵੇਅਰ ਡਿਡ ਸੁਬੀਆ ਗੋ ਟੂ ਗੈਟ ਦ ਰਾਈਸ। ਸੁਬੀਆ ਚਾਵਲ ਲੈਣ ਲਈ ਕਿੱਥੇ ਗਿਆ। ਅਸੀਂ ਇਹੀ ਵਾਲਾ ਆਨਸਰ ਦੇ ਦਾਂਗੇ ਕਿਉਂਕਿ ਅਸੀਂ ਇਹਦੇ 'ਚ ਲਿਖਿਆ ਸੀ ਉਹ ਕਿੱਥੇ ਗਿਆ, ਸੀਕ੍ਰੇਟ ਗਡਾਊਨ 'ਚ। ਠੀਕ ਹੈ, ਸਾਨੂੰ ਅਗੇਨ ਨੈਕਸਟ ਕੁਐਸਚਨ ਲਰਨ ਕਰਨ ਦੀ ਲੋੜ ਨਹੀਂ, 8 ਔਰ 9 ਵਿੱਚ ਅਸੀਂ ਸੇਮ ਆਨਸਰ ਲਿਖ ਸਕਦੇ ਹਾਂ। नेक्स्ट 10 क्वेश्चन देखो बेटा डिड द मैन वेट फॉर सुबिया फॉर लॉन्ग। कि आदमी ने सुबिया दी बहुत देर वेट की। पहले इन्ने दा आंसर यस हाँ। द मैन वेटेड फॉर अ वेरी लॉन्ग टाइम। आदमी ने बहुत देर वेट की। हाउ डू यू नो, तुहानू किवें पता। ਹੁਣ ਇੱਥੋਂ ਅਸੀਂ ਇਹਦਾ ਆਨਸਰ ਦੇਵਾਂਗੇ ਹੀ ਕੇਮ ਇਨ ਦਾ ਈਵਨਿੰਗ ਐਂਡ ਵੇਟਡ ਟਿਲ ਮੋਰਨਿੰਗ। ਸ਼ਾਮ ਨੂੰ ਆਇਆ ਸੀ ਅਤੇ ਅਗਲੀ ਸਵੇਰ ਤੱਕ ਉਸਨੇ ਵੇਟ ਕੀਤੀ। ਦੈਨ ਹੀ ਵੈਂਟ ਟੂ ਸੁਬਿਆਸ ਹੋਮ। ਫਿਰ ਉਹ ਸੁਬਿਆ ਦੇ ਘਰ ਚਲਾ ਗਿਆ। ਦੈਨ ਸੁਬਿਆਸ ਵਾਈਫ ਟੁਕ ਹਿਮ ਟੂ ਸੁਬਿਆਸ ਗਡਾਊਨ।
ਫਿਰ ਸੁਬੀਆ ਦੀ ਵਾਈਫ ਉਸਨੂੰ ਉਸ ਸੀਕ੍ਰੇਟ ਗਡਾਊਨ ਵਿੱਚ ਲੈ ਕੇ ਗਈ। ਠੀਕ ਹੈ, ਇਹ ਕੁਐਸਚਨ ਬੇਟਾ ਧਿਆਨ ਨਾਲ ਇਹਨੂੰ ਲਰਨ ਕਰਨਾ, ਇਹਦੇ ਨਾਲ ਹੀ ਅਸੀਂ ਕੁਐਸਚਨ ਨੰਬਰ 11th ਵੀ ਕਵਰ ਕਰ ਲੈਣਾ ਹੈ। ਠੀਕ ਹੈ ਬੇਟਾ। ਹੁਣ ਦੇਖੋ ਸਾਡਾ ਕੁਐਸਚਨ ਨੰਬਰ ਜਿਹੜਾ 11 ਸੀ, ਵੇਅਰ ਡਿਡ ਦ ਮੈਨ ਗੋ ਆਫਟਰ ਸੁਬੀਆ ਆਫਟਰ ਵੇਟਿੰਗ ਫॉर ਸੁਬੀਆ ਲੌਂਗ ਟਾਈਮ। ਉਹ ਆਦਮੀ ਸੁਬੀਆ ਦੀ ਬਹੁਤ ਦੇਰ ਤੱਕ ਵੇਟ ਕਰਨ ਤੋਂ ਬਾਅਦ ਕਿੱਥੇ ਗਿਆ। ਹੁਣ ਇਹ ਅਸੀਂ ਕੀਤਾ ਹੀ ਹੈ ਪਿਛਲੇ ਕੁਐਸਚਨ 'ਚ ਕਿ ਉਹਨੇ ਲੌਂਗ ਟਾਈਮ ਵੇਟ ਕੀਤੀ, ਸ਼ਾਮ ਦਾ ਆਇਆ, ਸਵੇਰੇ ਉਹ ਉਹਨੇ ਸਵੇਰ ਤੱਕ ਵੇਟ ਕੀਤੀ, ਫਿਰ ਉਹ ਸੁਬੀਆ ਦੇ ਘਰ ਗਿਆ। ਠੀਕ ਹੈ, ਸਾਡੇ ਫਸਟ ਕੁਐਸਚਨ ਦਾ ਆਨਸਰ ਨਿਕਲ ਆਇਆ। ਨੈਕਸਟ ਹੈ ਵੇਅਰ ਵਾਜ਼ ਹੀ ਟੇਕਨ ਐਂਡ ਬਾਈ ਹੋਮ। ਫਿਰ ਉਹਨੂੰ ਕਿੱਥੇ ਲੈ ਕੇ ਜਾਇਆ ਗਿਆ ਅਤੇ ਕੌਣ ਲੈ ਕੇ ਗਿਆ। ਫਿਰ ਅਸੀਂ ਲਿਖਿਆ ਸੀ ਦੈਨ ਸੁਬੀਆਸ ਵਾਈਫ ਟੁਕ ਹਿਮ ਟੂ ਸੁਬੀਆਸ ਗਡਾਊਨ। ਉਹਨੂੰ ਸੁਬੀਆ ਦੇ ਗਡਾਊਨ ਤੱਕ ਲੈ ਕੇ ਗਈ, ਜਾਂ ਤੁਸੀਂ ਇੱਥੇ ਸੀਕ੍ਰੇਟ ਗਡਾਊਨ ਵੀ ਲਿਖ ਸਕਦੇ ਹੋ। ਹੁਣ ਬੇਟਾ ਤੁਹਾਡਾ ਕੁਐਸਚਨ ਨੰਬਰ 12 ਇਜ਼ ਵੈਰੀ ਇੰਪੋਰਟੈਂਟ। ਹਾਊ ਡਿਡ ਸੁਬੀਆ ਡਾਈ। ਇਹਨੂੰ ਅੱਛੀ ਤਰ੍ਹਾਂ ਲਰਨ ਕਰਿਓ, ਸੁਬੀਆ ਦੀ ਮੌਤ ਕਿਵੇਂ ਹੋਈ। ਫਸਟ ਸਾਡੀ ਲਾਈਨ ਸੇਮ ਆ ਗਈ, ਸੁਬੀਆ ਵਾਜ਼ ਅ ਕਲੈਵਰ ਰਾਈਸ ਮਰਚੈਂਟ। ਹੀ ਵੈਂਟ ਟੂ ਹਿਸ ਗਡਾਊਨ ਟੂ ਗੈਟ ਦ ਰਾਈਸ। ਉਹ ਆਪਣੇ ਗਡਾਊਨ ਗਿਆ ਸੀ ਰਾਈਸ ਲੈਣ ਲਈ। ਹੀ ਟਰਾਈਡ, ਉਹਨੇ ਕੋਸ਼ਿਸ਼ ਕੀਤੀ, ਟੂ ਟੇਕ ਆਊਟ, ਨਿਕਾਲਣ ਦੀ, ਸਮ ਰਾਈਸ, ਕੁਛ ਚਾਵਲ, ਫਰੋਮ ਦਾ ਹੀਪ ਆਫ ਦਾ ਬੈਗਸ, ਬੋਰੀਆਂ ਦੇ, ਹੀਪ ਮਤਲਬ ਢੇਰ ਤੋਂ। ਹੁਣ ਉਹਨੇ ਜਿਹੜਾ ਉੱਥੇ ਉਹਦਾ ਸੀਕ੍ਰੇਟ ਗਡਾਊਨ ਚਾਵਲਾਂ ਦੀ ਬੋਰੀਆਂ ਨਾਲ ਭਰਿਆ ਹੋਇਆ ਸੀ। ਲੋਕ ਬਾਹਰ ਭੁੱਖੇ ਮਰਦੇ ਸੀ, ਪਰ ਉਹ ਲੋਕਾਂ ਨੂੰ ਕਹਿ ਰਹੇ ਸੀ ਮੇਰੇ ਕੋਲ ਤਾਂ ਚਾਵਲ ਹੈ ਨਹੀਂ, ਔਰ ਫਿਰ ਥੋੜ੍ਹੇ ਜਿਹੇ ਚਾਵਲ ਦੇ ਕੇ ਕਹਿੰਦਾ ਸੀ ਅਤੇ ਮੈਂ ਕਿਸੇ ਹੋਰ ਕੋਲੋਂ ਖਰੀਦੇ ਹੈ, ਔਰ ਬੜੇ ਮਹਿੰਗੇ ਰੇਟ 'ਤੇ ਉਹਨਾਂ ਨੂੰ ਦੇ ਦਿੰਦਾ ਸੀ। ਹੁਣ ਜਦੋਂ ਉਹਨੇ ਆਪਣੇ ਸੀਕ੍ਰੇਟ ਗਡਾਊਨ ਵਿੱਚ ਬੋਰੀਆਂ ਦੇ ਜਿਹੜਾ ਢੇਰ ਸੀ ਉਹਦੇ ਵਿੱਚੋਂ ਚਾਵਲ ਕੱਢਣ ਦੀ ਕੋਸ਼ਿਸ਼ ਕੀਤੀ, ਦ ਬੈਗਸ ਫੈਲ ਔਨ ਹਿਮ, ਚਾਵਲਾਂ ਦੇ ਜਿਹੜੇ ਬੋਰੇ ਸੀ ਉਹਦੇ ਉੱਪਰ ਗਿਰ ਗਏ। ਹੀ ਵਾਜ਼ ਬਰੀਡ ਅੰਡਰ ਦ ਬੈਗਸ ਐਂਡ ਡਾਈਡ। ਬਰੀ ਹੁੰਦਾ ਦਬ ਜਾਣਾ, ਉਹ ਬੋਰੀਆਂ ਥੱਲੇ ਦਬ ਗਿਆ ਅਤੇ ਉਸਦੀ ਮੌਤ ਹੋ ਗਈ। ਹੁਣ ਬੇਟਾ ਜਿਹੜਾ ਲੈਸਨ ਹੈ ਅਸੀਂ ਕੰਪਲੀਟ ਕਰ ਲਏ ਇਹਦੇ ਕੁਐਸਚਨ ਆਨਸਰ। ਦ ਲੈਸਨ ਇਜ਼ ਵੈਰੀ ਇੰਪੋਰਟੈਂਟ, ਇਹਦੇ ਕੁਐਸਚਨ ਆਨਸਰ ਜ਼ਰੂਰ ਯਾਦ ਕਰਨਾ। ਠੀਕ ਹੈ, ਇਸ ਤੋਂ ਤੁਹਾਨੂੰ ਇੱਕ ਮੋਰਲ ਵੀ ਮਿਲ ਗਿਆ ਕਿ ਅੱਛੇ ਕੰਮ ਦਾ ਨਤੀਜਾ ਹਮੇਸ਼ਾ ਅੱਛਾ ਹੁੰਦਾ ਹੈ ਔਰ ਬੁਰੇ ਕੰਮ ਦਾ ਨਤੀਜਾ ਹਮੇਸ਼ਾ ਬੁਰਾ ਹੁੰਦਾ ਹੈ। ਸੁਬੀਆ ਲੋਕਾਂ ਨਾਲ ਬੁਰਾ ਕਰਦਾ ਸੀ ਅਤੇ ਉਹਦੀ ਡੈਥ ਵੀ ਬੜੀ ਬੁਰੀ ਹੋਈ। ਅਗਰ ਅਸੀਂ ਅੱਛੇ ਕੰਮ ਕਰਾਂਗੇ ਤਾਂ ਨੈਚੁਰਲੀ ਸਾਨੂੰ ਉਸ ਦਾ ਫਲ ਜ਼ਰੂਰ ਮਿਲਦਾ ਹੈ। ਠੀਕ ਹੈ, ਹੁਣ ਤੁਸੀਂ ਅੱਛਾ ਕੰਮ ਕੀ ਕਰਨਾ ਹੈ, ਯੂ ਆਰ ਸਟੂਡੈਂਟਸ, ਸੋ ਤੁਹਾਡੇ ਲਈ ਚੰਗਾ ਕੰਮ ਇਹੀ ਹੈ ਕਿ ਤੁਸੀਂ ਆਪਣੇ ਕੁਐਸਚਨ ਆਨਸਰ ਚੰਗੀ ਤਰ੍ਹਾਂ ਲਰਨ ਕਰਨੇ ਹੈ। ਥੈਂਕ ਯੂ, ਹੈਵ ਅ ਫਰੂਟਫੁਲ ਡੇ।